26 ਤਰੀਕ ਨੂੰ ਜਦੋਂ ਕਿਸਾਨ ਪਰੇਡ ਦਿੱਲੀ ਵਿੱਚ ਕੱਢੀ ਗਈ, ਉਹਦੇ ਬਾਅਦ ਪੁਲਿਸ ਦੀ ਕਾਰਵਾਈ ਹੋਈ ਤੇ ਪੰਜਾਬ ਵਿੱਚੋਂ ਸਾਨੂੰ ਖਬਰਾਂ ਆਈਆਂ ਕਿ ਕਈ ਨੌਜਵਾਨ ਪਤਾ ਨਹੀਂ ਲੱਗ ਰਿਹਾ ਕਿੱਥੇ ਹੈ। ਇੱਕ ਪਿੰਡ ਮੋਗੇ 'ਚ ਜਸਦਾ ਤੋਤਾ ਸਿੰਘ ਜੀ ਨੇ ਮੈਨੂੰ ਗੱਲ ਕੀਤੀ ਕਿ ਉਸ ਪਿੰਡ ਦੇ 12 ਬੱਚੇ ਹਾਲੇ ਤੱਕ ਲਾਪਤਾ ਹੈ। ਕਈ ਹੋਰ ਜਗ੍ਹਾ ਤੋਂ ਵੀ ਸਾਨੂੰ ਖਬਰ ਆ ਰਹੀ ਹੈ। ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫ਼ਤਰ ਵਿੱਚ, ਜੋ ਦਫ਼ਤਰ ਸ਼੍ਰੀ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਹੈ, ਉੱਥੇ ਅਸੀਂ 24 ਆਵਰ ਹੈਲਪਲਾਈਨ ਖੋਲ੍ਹ ਦਿੱਤੀ ਗਈ ਹੈ। ਸੋ ਪੰਜਾਬ ਦੇ ਜਾਂ ਨਾਲ ਦੇ ਸੂਬਿਆਂ 'ਚ ਕਿਤੋਂ ਵੀ ਆਪਣੇ ਭੈਣ ਭਰਾ ਜਿਹੜਾ ਆਏ ਸੀ ਦਿੱਲੀ ਇਸ ਕਿਸਾਨੀ ਸੰਘਰਸ਼ ਵਾਸਤੇ, ਯੂਪੀ ਹਰਿਆਣੇ ਤੋਂ ਵੀ ਜੋ ਕਿਸਾਨੀ ਸੰਘਰਸ਼ ਵਾਸਤੇ ਇੱਥੇ ਆਏ ਸੀ, ਪਰ ਹੁਣ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ 26 ਤਰੀਕ ਦੇ ਬਾਅਦ ਕਾਫੀ ਲੋਕਾਂ ਨੂੰ ਫੜ ਲਿਆ ਗਿਆ। ਤੋ ਇਸ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ, ਉੱਥੇ ਅਸੀਂ 24 ਆਵਰਸ ਉੱਥੇ ਇੰਚਾਰਜ ਲਾਏ ਹੈ। ਬੇਨਤੀ ਕਰਦਾ ਜਿਸ ਨੂੰ ਕੋਈ ਇਨਫੋਰਮੇਸ਼ਨ ਲੈਣੀ ਹੈ ਜਾਂ ਪਤਾ ਕਰਾਉਣੀ ਹੈ, ਉਸ ਦਫ਼ਤਰ ਵਿੱਚ ਤੁਸੀਂ ਤਾਲਮੇਲ ਰੱਖੋ। ਇਹਦੇ ਬਾਅਦ ਮੈਂ ਜੋ ਇੰਚਾਰਜ ਹੈ ਉਹਨਾਂ ਦਾ ਨਾਮ ਵੀ ਦੱਸ ਦੂੰਗਾ ਤੇ ਟੈਲੀਫੋਨ ਨੰਬਰ ਵੀ ਦੱਸ ਦੂੰਗਾ। ਨਾਲੇ ਮੈਂ ਸਰ ਹਰਮੀਤ ਸਿੰਘ ਕਾਲਕਾ ਸਾਡੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਹਨ, ਮਨਜਿੰਦਰ ਸਿੰਘ ਸਰਸਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲੇ ਪ੍ਰਧਾਨ ਹੈ, ਇਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਜਿਹੜੀ ਹੈਲਪਲਾਈਨ ਲਾਈ ਗਈ ਹੈ, ਜੋ ਪੰਜਾਬ ਦੀ ਜਾਂ ਕਿਤੋਂ ਵੀ ਸੰਗਤ ਦਾ ਕੋਈ ਟੈਲੀਫੋਨ ਆਏ, ਉੱਥੇ ਡਿਊਟੀ ਲਾ ਕੇ ਤੁਸੀਂ ਪਤਾ ਕਰਾਓ ਕਿ ਕਿੱਥੇ ਹਨ। ਜੇ ਜੇਲ੍ਹ 'ਚ ਹਨ ਜਾਂ ਕੇਸ ਰਜਿਸਟਰ ਕੀਤੇ ਗਏ ਹਨ ਤੇ ਫਿਰ ਹਰ ਕਿਸਮ ਦੀ ਸਹੂਲਤ ਉਹਨਾਂ ਨੂੰ ਦਿੱਤੀ ਜਾਏ। ਵਕੀਲ ਦੀ ਜਾਂ ਹੋਰ ਕੋਈ ਸਪੋਰਟ ਦੀ ਲੋੜ ਹੋਏ, ਜ਼ਰੂਰਤ ਹੋਏ, ਸ਼੍ਰੋਮਣੀ ਅਕਾਲੀ ਦਲ ਸਾਰੀ ਜ਼ਿੰਮੇਵਾਰੀ ਨਿਭਾਊਗਾ। ਤੇ ਜੇ ਤੁਸੀਂ ਇੱਥੇ ਆਉਣਾ ਵੀ ਹੈ ਕਿਸੇ ਨੇ, ਤੁਸੀਂ ਤੁਹਾਡੇ ਵਾਸਤੇ ਗੁਰਦੁਆਰਾ ਸਾਹਿਬ ਰਹਿਣ ਦਾ ਇੰਤਜ਼ਾਮ ਵੀ ਕੀਤਾ ਜਾਊਗਾ। ਜੇ ਤੁਹਾਨੂੰ ਕੋਈ ਵੀ ਮੁਸ਼ਕਲ ਹੋਏ, ਜਿਹੜੇ ਨੰਬਰ ਦਿੱਤੇ ਗਏ ਆ ਤੁਸੀਂ ਕੰਟੈਕਟ ਕਰੋ। ਮੈਨੂੰ ਪਤਾ ਬਹੁਤ ਪਰਿਵਾਰ ਹਨ ਜਿਹੜੇ ਬੜੇ ਮੁਸ਼ਕਲ 'ਚ ਹਨ। ਸਾਡੇ ਹੀ ਬੱਚੇ ਸੀ ਜਿਨ੍ਹਾਂ ਉੱਤੇ ਕਈਆਂ ਤੇ ਸੈਂਕੜਿਆਂ ਤੇ ਝੂਠੇ ਕੇਸ ਪਾਏ ਗਏ ਹੈ। ਸੋ ਤੁਸੀਂ ਚਿੰਤਾ ਕਰਨ ਦੀ ਲੋੜ ਨਹੀਂ। ਸ਼੍ਰੋਮਣੀ ਅਕਾਲੀ ਦਲ ਤੁਹਾਡਾ ਪਰਿਵਾਰ ਹੈ। ਤੁਸੀਂ ਸਾਡੇ ਦਿੱਲੀ ਦਫ਼ਤਰ ਵਿੱਚ ਤਾਲਮੇਲ ਰੱਖਿਓ। ਤੁਹਾਨੂੰ ਪੂਰਾ ਯਕੀਨ ਦਿਵਾਉਂਦੇ ਹਾਂ ਹਰ ਕਿਸਮ ਦੀ ਸਪੋਰਟ ਤੁਹਾਨੂੰ ਦਿੱਤੀ ਜਾਊਗੀ। ਮੈਂ ਜਿਹੜਾ ਨੰਬਰ ਦੇ ਰਿਹਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜ ਤੇ ਸਰਕਲ ਜਿਹੜੇ ਜਥੇਦਾਰ ਹਨ ਸਾਰਿਆਂ ਨੂੰ ਬੇਨਤੀ ਕਰਾਂਗਾ, ਕਰ ਰਿਹਾ ਤੁਹਾਡੇ ਮੀਡੀਆ ਰਾਹੀਂ, ਕਿ ਤੁਸੀਂ ਆਪਣੇ ਆਪਣੇ ਸਰਕਲ ਵਿੱਚ ਜਾਂ ਆਪਣੇ ਹਲਕੇ ਵਿੱਚ ਜੇ ਕੋਈ ਵੀ ਨੌਜਵਾਨ ਬੱਚਾ ਜਾਂ ਬੱਚੀ ਜਾਂ ਬਜ਼ੁਰਗ ਜਾਂ ਮਾਤਾ ਜੋ ਦਿੱਲੀ ਸੰਘਰਸ਼ ਵਿੱਚ ਆਈ ਸੀ, ਉਹਨਾਂ ਬਾਰੇ ਪਤਾ ਨਹੀਂ ਲੱਗ ਰਿਹਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਨੰਬਰ ਹੁਣੀ ਸਕਰੀਨ ਤੇ ਦੱਸਾਂਗਾ ਵੀ ਤੇ ਬੋਲ ਕੇ ਵੀ ਦੱਸਾਂਗਾ, ਉਸ ਨੰਬਰ ਤੁਸੀਂ ਕੰਟੈਕਟ ਕਰੋ। ਅਸੀਂ ਪੂਰੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਦਾ ਪਤਾ ਕਰਾਵਾਂਗੇ ਕਿੱਥੇ ਹੈ। ਜੇ ਉਹਨਾਂ ਨੂੰ ਕਿਸੇ ਵਕੀਲ ਦੀ ਲੋੜ ਹੈ, ਉਹ ਵੀ ਅਸੀਂ ਪ੍ਰਬੰਧ ਕਰਾਂਗੇ। ਜੇ ਕਿਸੇ ਉੱਥੇ ਕਿਸੇ ਚੀਜ਼ ਦੀ ਲੋੜ ਹੈ, ਮੈਡੀਕਲ ਏਡ ਜਾਂ ਕਿਸੇ ਵੀ ਲੋੜ ਹੈ, ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਲਾ ਦਿੱਤੀ ਹੈ, ਉਹ ਸਾਰੀ ਜ਼ਿੰਮੇਵਾਰੀ ਲੈਣਗੇ। ਆ ਜਿਹੜੇ ਨਾਂ ਹਨ, ਮੈਂ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਆ ਨਾਂ ਜ਼ਰੂਰ ਨੋਟ ਕਰੋ। ਸਰ ਜਗਦੀਪ ਸਿੰਘ ਕਾਲੋਂ ਜਿਹੜੇ ਸਾਡੇ ਮੈਂਬਰ ਵੀ ਹਨ, DGPC ਲੀਗਲ ਸੈੱਲ ਦੇ ਸਾਡੇ ਮੈਂਬਰ ਹਨ। ਨਾਂ ਹੈ ਜਗਦੀਪ ਸਿੰਘ ਕਾਲੋਂ। ਉਹਨਾਂ ਦਾ ਮੋਬਾਈਲ ਨੰਬਰ ਹੈ 9310500640। ਮੈਂ ਫਿਰ ਤੋਂ ਰਿਪੀਟ ਕਰਦਾ 9310510640। ਦੂਜਾ ਸਰ ਜਸਵਿੰਦਰ ਸਿੰਘ ਜੌਲੀ ਜਿਹੜਾ ਹੈਗਾ, ਉਹਨਾਂ ਦਾ ਨੰਬਰ ਹੈ 9891910001 40 ਤੇ 1। ਮੈਂ ਆਪਣੇ ਘਰੇ ਮੇਰਾ ਜਿਹੜਾ ਤੁਹਾਡਾ ਦਿੱਤਾ ਹੋਇਆ ਘਰ ਮੈਂਬਰ ਪਾਰਲੀਮੈਂਟ ਦਾ ਘਰ 12 ਸਫਦਰਜੰਗ ਰੋਡ ਮੇਰਾ ਘਰ ਹੈ। ਮੈਂ ਉੱਥੇ ਵੀ ਮੇਰਾ ਆਪਣਾ ਪੁਰਾਣਾ ਜਿਹੜਾ ਸੈਕਟਰੀ ਹੈ PA,
ਉਹ ਨਾਂ ਹੈ ਸਰ ਹਰਦੀਪ ਸਿੰਘ। ਮੈਂ ਬੇਨਤੀ ਕਰਾਂ ਆ ਖੜੇ ਹੈ, ਇਹਨਾਂ ਦੀ ਫੋਟੋ ਵੀ ਤੁਸੀਂ ਦੇਖ ਲਓ, ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 9891359904 ਅਸੀਂ ਸਕਰੀਨ ਤੇ ਐਡ ਰਹੇ ਵੀ ਤੁਹਾਡੇ ਸਕਰੀन ਤੇ ਸਾਰੇ ਨੰबर ਅਸੀਂ ਫਲੈਸ਼ करावांगे। ये आधारहीन बजट है, तर्कहीन बजट है। सरकार कर्जे ले ले करके कैपिटल बढ़ा रही है, सरकारी कंपनियों को बेचा जा रहा है, सरकार अपना एसेट बेच रही है। और ये बजट में मैंने देखा है कि ये दाल चना सब महंगा हो गया है। भैया पेट्रोल डीजल पे आपने 4% एसेस लगा दिया है, एग्रीकल्चर का भट्ठा बढ़ा रहे हो और साथ में आपने इंडस्ट्री का भी भट्ठा बैठाया, आम लोगों को के आपने जेब पे ढाका डाला है। भैया ये एसेसरी सारी महंगी है, मोबाइल महंगे हो गए और उन स्पेयर पार्ट महंगे हो गए। आप कह रहे हो कि ये जो बजट है ये देश में पहला पेपरलेस बजट है। भैया ये जो बजट है ये बेसलेस बजट है, ये गलत बजट है। ये बजट देश का भट्ठा बिठाएगा, देश को फायदा नहीं। पहले भी आपने 1,20,000 करोड़ रुपए का रिलीफ का अनाउंस किया था और उसका क्या बना और इसका क्या बनेगा? आपने जो बजट दिया है ये देश विरोधी बजट है। बजट है ये जो चैंबर ने डिमांड की कई ਉਹਦੇ 'ਚ ਕਈ ਸਾਡੀਆਂ ਮੰਗਾਂ ਮੰਨੀਆਂ ਗਈਆਂ ਔਰ ਅਸੀਂ ਇਸ ਬਜਟ ਨੂੰ ਮੈਂ ਸਮਝਦਾ ਵੀ 100 ਚੋਂ 60 ਦੇ ਕਰੀਬ ਨੰਬਰ ਦਿੰਨੇ ਆ, ਕਿਉਂਕਿ ਇੱਕ ਚੈਂਬਰ ਦੀ ਬਹੁਤ ਵੱਡੀ ਡਿਮਾਂਡ ਸੀ ਵੀ ਜਿਹੜੀ MSME ਹੈ ਉਹਦਾ ਬਜਟ ਸਿਰਫ 7400 ਕਰੋੜ ਸੀ ਤੇ ਸਰਕਾਰ ਨੂੰ ਅਸੀਂ ਡਿਮਾਂਡ ਕੀਤੀ ਸੀ ਵੀ ਇਹਨੂੰ ਵਧਾ ਕੇ 3 ਗੁਣਾ ਕੀਤਾ ਜਾਏ। ਸਰਕਾਰ ਨੇ 3 ਗੁਣਾ ਤਾਂ ਨਹੀਂ ਕੀਤਾ, ਇਹਨੂੰ 15000 ਕਰੋੜ MSME ਦਾ ਬਜਟ ਕਰ ਦਿੱਤਾ। ਔਰ ਜੋ ਕਿ ਅਸੀਂ ਡਿਮਾਂਡ ਕਰਦੇ ਸੀ ਕਿ ਇੰਡਸਟਰੀ ਨੂੰ ਘੱਟ ਰੇਟ ਤੇ ਘੱਟ ਵਿਆਜ ਤੇ ਮਸ਼ੀਨਰੀ ਲਈ ਲੋਨ ਮਿਲਣ ਔਰ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਬੰਦ ਪਈਆਂ ਸੀ MSME ਡਿਪਾਰਟਮੈਂਟ ਦੀਆਂ ਉਹ ਇਹਦੇ ਨਾਲ ਚੱਲ ਸਕਣਗੀਆਂ। ਇਸ ਤੋਂ ਇਲਾਵਾ ਸਟੀਲ ਇੱਕ ਬੜਾ ਵੱਡਾ ਭਖਦਾ ਮੁੱਦਾ ਹੈ। ਸਟੀਲ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਆ ਪਿਛਲੇ 6 ਮਹੀਨੇ ਦੇ ਵਿੱਚ। ਸਰਕਾਰ ਨੇ ਜਿਹੜੀ ਸਟੀਲ ਤੇ ਇੰਪੋਰਟ ਡਿਊਟੀ ਘੱਟ ਕਰ ਦਿੱਤੀ ਹੈ ਔਰ ਇਹਦੇ ਤੇ ਸਟੀਲ ਸਕ੍ਰੈਪ ਤੇ ਵੀ ਡਿਊਟੀ ਘੱਟ ਕਰ ਦਿੱਤੀ ਹੈ। ਇਹਦੇ ਨਾਲ ਸਟੀਲ ਦੇ ਰੇਟ ਡਾਊਨ ਆਣਗੇ। ਇੱਕ ਤੀਸਰਾ ਬਹੁਤ ਵੱਡਾ ਮੁੱਦਾ ਹੈ ਜਿਹੜਾ ਵਰਕਰ ਹਾਊਸਿੰਗ ਦਾ, ਉਹ ਸਰਕਾਰ ਨੇ ਉਹਦੇ 'ਚ ਜੇ ਕੋਈ ਵਰਕਰਸ ਹੈ ਜਿਹੜੇ ਉਹ ਬੜੇ ਖਰਾਬ ਹਾਲਤ ਵਿੱਚ ਘਰਾਂ 'ਚ ਰਹਿੰਦੇ ਆ ਔਰ ਜੇ ਕੋਈ ਲੋ ਕਾਸਟ ਹਾਊਸ ਬਣਾ ਕੇ ਰੈਂਟ ਤੇ ਦੇਵੇਗਾ, ਕਿਉਂਕਿ ਬਜਟ ਦੀਆਂ ਡਿਟੇਲਸ ਆਣੀਆਂ ਬਟ ਵੀ ਅਜ਼ਿਊਮਡ ਫਰੋਮ ਦਾ ਸਪੀਚ ਆਫ ਆਨਰੇਬਲ ਫਾਈਨਾਂਸ ਮਿਨਿਸਟਰ ਕਿ ਉਹ ਜੇ ਕੋਈ ਘਰ ਬਣਾ ਕੇ ਦੇਵੇਗਾ ਤਾਂ ਉਹਦੇ ਤੇ ਜਿਹੜਾ ਟੈਕਸ ਐਗਜ਼ੈਂਪਸ਼ਨ ਮਿਲੇਗੀ ਜਾਂ ਘੱਟ ਟੈਕਸ ਪਏਗਾ। ਇਹਦੇ ਨਾਲ ਜਿਹੜੀ ਇੱਕ ਤਾਂ ਝੁੱਗੀਆਂ ਝੌਂਪੜੀਆਂ ਖਤਮ ਹੋਣਗੀਆਂ, ਇੱਕ ਜਿਹੜੇ ਸਾਡੇ ਵਰਕਰਸ ਹੈ ਉਹਨਾਂ ਦੀਆਂ ਲਿਵਿੰਗ ਕੰਡੀਸ਼ਨ ਇੰਪਰੂਵ ਹੋਣਗੀਆਂ ਔਰ ਇਹਦੇ ਨਾਲ ਪ੍ਰੋਡਕਟਿਵਿਟੀ ਵਧੇਗੀ। ਇਸ ਤੋਂ ਇਲਾਵਾ ਵੀ ਕਈ ਪੁਆਇੰਟ MSME ਦੇ ਜਿੱਦਾਂ ਕਿ ਕਈ ਪ੍ਰੋਡਕਟ ਹੈ ਉਹਨਾਂ ਤੇ ਇੰਪੋਰਟ ਡਿਊਟੀ ਵਧਾਈ ਗਈ ਹੈ। ਉਹਦੇ ਨਾਲ ਜਿਹੜੀ ਸਾਡੀ ਡੋਮੈਸਟਿਕ ਇੰਡਸਟਰੀ ਹੈ ਜਿੱਦਾਂ ਕਿ ਫਾਸਟਨਰ ਹੈ ਲੁਧਿਆਣੇ 'ਚ ਕਾਫੀ ਬਣਦੇ ਆ, ਸਟੀਲ ਸਕਰਿਊਜ਼ ਹੈ, ਉਹਦੇ ਨਾਲ ਸਾਡੀ ਜਿਹੜੀ ਡੋਮੈਸਟਿਕ ਇੰਡਸਟਰੀ ਹੈ ਉਹਨਾਂ ਨੂੰ ਐਡਵਾਂਟੇਜ ਮਿਲੇਗੀ ਔਰ ਜਿਹੜਾ ਅਸੀਂ ਆਤਮ ਨਿਰਭਰ ਦੀ ਗੱਲ ਕਰਦੇ ਆ ਉਹਨੂੰ ਕੁਝ ਹੱਦ ਤੱਕ ਸਪੋਰਟ ਮਿਲੇਗੀ। ਫਿਰ ਸਾਡਾ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵਿਜ਼ਨ ਸੀ ਵੀ ਇੰਡੀਆ 5000 ਟ੍ਰਿਲੀਅਨ ਦੀ ਇਕਨੋਮੀ 5 ਟ੍ਰਿਲੀਅਨ ਦੀ ਇਕਨੋਮੀ ਬਣੇ। ਉਹਦੇ ਤੋਂ ਅਸੀਂ ਕਾਫੀ ਦੂਰ ਆ ਤੇ ਵੀ ਆਰ ਐਕਸਪੈਕਟਿੰਗ ਮਚ ਮੋਰ ਰਿਲੈਕਸੇਸ਼ਨ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਇੱਕ ਮੈਸੇਜ ਆਇਆ ਸੀ ਵੀ ਛੋਟੇ ਛੋਟੇ ਬਜਟ ਔਰ ਛੋਟੀਆਂ ਛੋਟੀਆਂ ਰਿਲੈਕਸੇਸ਼ਨਸ ਆਉਂਦੀਆਂ ਰਹਿਣਗੀਆਂ। ਇਹਦੇ ਨਾਲ ਇੰਡਸਟਰੀ ਨੂੰ ਉਮੀਦ ਹੈ ਵੀ ਇਹ ਬਜਟ ਨਾਲ ਕੁਝ ਇੰਪਰੂਵਮੈਂਟ ਹੋਏਗੀ ਇੰਡਸਟਰੀ 'ਚ। ਔਰ ਜਿਹੜੀ ਕੋਵਿਡ ਵਿੱਚ ਇੰਡਸਟਰੀ ਨੂੰ ਬੜਾ ਵੱਡਾ ਨੁਕਸਾਨ ਹੋਇਆ, 4 ਮਹੀਨੇ ਇੰਡਸਟਰੀ ਬੰਦ ਰਹੀ ਔਰ ਸਾਰੀ MSME ਇਸ ਟਾਈਮ स्ट्रेस ਵਿੱਚ है, MSME ਨੂੰ कुछ हद तक राहत मिले। कुछ और हमारे इश्यूज हैं जैसे कुछ टेक्सटाइल पार्क्स हैं और लुधियाना पंजाब बीइंग मेन सेंटर ऑफ टेक्सटाइल एंड निटवेयर इंडस्ट्री, तो कोई जो 11 पार्क्स उन्होंने आज अनाउंस किए उसमें पंजाब का नाम नहीं है। मे बी ड्यू टू सम पॉलिटिकल रीजन दे हैव ऑफर्ड इट टू साउथ और ईस्ट, सो वी वुड रिक्वेस्ट in our new representation to pass on one of those parks to Punjab also. So metal steel prices down आने से जो हमारे जो बूस्ट है वो मिलेगा, कार्टलाइजेशन टूटेगी और ये सब चीज़ें हमारे जो गवर्नमेंट ने मानी है, वी आर ग्रेटफुल टू देम। इंश्योरेंस की FDIS फ्रॉम 49 to 74% है। सो ये दीज आर ऑल पॉजिटिव साइंस। एग्रीकल्चर में जहाँ तक बात करते हैं कि एग्रीकल्चर को सरकार ने बूस्ट किया है, एग्रीकल्चर को सपोर्ट किया है, बट वी वांटेड मोर थिंग्स टू हैपन। नर्सरी ਤੇ ਫਸਟ ਕਲਾਸ ਦੇ ਵੀ ਨਾਲ ਕਲਾਸਾਂ ਲੱਗ ਰਹੀਆਂ ਨੇ, ਕੀ ਇੰਤਜ਼ਾਮ ਕੀਤੇ ਉਹਨਾਂ ਦੇ? ਸਰ ਅੱਜ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗਲੀ
फर्स्ट क्लास तो लैके 5th क्लास तक के स्कूल जोड़े है वो खोल दिते गए हैं। गवर्नमेंट की गाइडलाइंस के अकॉर्डिंग स्कूल वालों पूरी तैयारियां कर लिया गई वा। पेरेंट्स नाल उन्होंने कोलों कंसेंट फॉर्म लै लिया गया वा। अज का दिन देख के कि किन्ने स्टूडेंट स्कूल जोड़े पेरेंट्स अपने बच्चों स्कूल भेजन के वो अकॉर्डिंगली असी फ्यूचर फिर जड़ियाँ वा अपनी प्लानिंग्स चेंज करांगे। जो अज देखा जा रहा है कि अज काफ़ी स्टूडेंट्स स्कूल में आ रहे हैं। जेकर सानूं लगा कि स्टूडेंट जोड़े ने वो साड़ी रूम कैपेसिटी तो ज़्यादा ने, तो असी जोड़ा वा इनू असी मॉर्निंग ईवनिंग शिफ्ट में स्कूल जोड़ा वा गवर्नमेंट के गाइडलाइन अकॉर्डिंगली असी अपने स्कूल नूं 2 शिफ्ट में लगावांगे, ताकि ये कोरोना महामारी तो अपने बच्चों नूं, अपने टीचर्स नूं ते अभिभावकों नूं बचाया जा सके। बाकी बच्चों नूं सोशल डिस्टेंसिंग बारे, मास्क बारे, हैंड सैनिटाइजर यूज़ करने बारे, खाने नूं लैके उन्हां दीयां प्रिकॉशनस, उन्हां नूं पानी संबंधी सारी हदायतां असी ऑलरेडी जारी कर चुके हैं जी। थैंक यू। बेटा क्या नाम? दिया। बेटा आप स्कूल आज आपका स्कूल लगा है, कैसा लगा? बहुत अच्छा। क्या क्या प्रबंध किया? बस स्कूल में पढ़ूंगी, बस बहुत अच्छा लग रहा है। सैनिटाइज़र और वाटर बॉटल लेकर आए आपने? हाँ जी। वर्ष 2021 का बजट असाधारण परिस्थितियों के बीच पेश किया गया है। इसमें यथार्थ का एहसास भी है और विकास का विश्वास भी है। यह बजट सभी वर्गों, बुजुर्गों, युवाओं, महिलाओं, संगठित एवं असंगठित क्षेत्र के मजदूरों, छोटे बड़े उद्यमियों की आशाएं और आकांक्षाओं को पूरा करने वाला बजट है। ऐसे सर्वस्पर्शी और सर्वसमावेशी एवं देश के जन जन के सर्वांगीण कल्याण के प्रति समर्पित आम बजट के लिए मैं आदरणीय प्रधानमंत्री श्री नरेंद्र मोदी जी का अभिनंदन करता हूं और वित्त मंत्री श्रीमती निर्मला सीतारमण जी को और उनकी टीम को बहुत बहुत बधाई देता हूं। हेल्थ एंड वेलबींग, फाइनेंशियल कैपिटल, इंक्लूसिव ग्रोथ, ह्यूमन कैपिटल, इनोवेशन एंड R&D, मिनिमम इंटरवेंशंस इस बजट के स्तंभ हैं जो भारत के हर क्षेत्र के विकास पर आधारित हैं। इंफ्रास्ट्रक्चर डेवलपमेंट पर विशेष फोकस किया गया है। स्वास्थ्य क्षेत्र में सुधारों को आगे बढ़ाया गया है। इंश्योरेंस सेक्टर में FDI की नीति में बदलाव किया गया है। MSME सेक्टर को मजबूती प्रदान की गई है। 7 मेगा टेक्सटाइल पार्क की स्थापना की जाएगी जो परिवर्तन लाएगा। शिक्षा एवं रिसर्च पर विशेष ध्यान दिया गया है। ये सभी प्रयास देश में रोजगार सृजन में बहुत बड़ी भूमिका निभाने वाले हैं। पहली बार स्वास्थ्य क्षेत्र के बजट में 137% की वृद्धि हुई है। स्वास्थ्य के क्षेत्र में बजट को 92,000 करोड़ रुपए से बढ़ाकर 2,23,000 करोड़ तक पहुंचाया गया है। 64,180 करोड़ रुपए आत्मनिर्भर स्वस्थ भारत परियोजना के लिए दिए गए हैं। यह अपने आप में भारत की स्वास्थ्य की तस्वीर बदलने वाला है। कोरोना वैक्सीन पर 2021-22 में 35,000 करोड़ रुपए खर्च किए जाने की प्रावधान की गई है और मोदी जी की सरकार कोविड को भारत से जड़ से खत्म करने के लिए कृत संकल्प है। इतनी गंभीरता हमने इस विषय की रखी है। प्रधानमंत्री श्री नरेंद्र मोदी जी ने अपने नेतृत्व में केंद्र की NDA की सरकार किसानों के कल्याण एवं आय को दुगना करने के लिए कटिबद्ध है। MSP बढ़ाकर उत्पादन लागत का 1.5 गुना किया गया है। प्रधानमंत्री मोदी जी की सरकार पिछली सरकार से करीब 3 गुना अधिक राशि किसानों के खातों में पहुंचाई गई है। हमारे सीनियर सिटीजन्स जो 75 साल और उससे ज्यादा उम्र के सीनियर सिटीजन्स को IT रिटर्न से राहत देने और पेंशन से आय की इनकम टैक्स की छूट दी जा रही है। सभी के लिए घर हमारे लिए प्रायोरिटी का विषय है। होम लोन पर ब्याज में
1.5 लाख रुपए की कटौती के प्रावधान को 31 मार्च 2022 तक बढ़ाया गया है। अगर 1938 में चले आ रहे इंश्योरेंस एक्ट में बदलाव एक सकारात्मक कदम है जो बहुत दिनों से चर्चा में था लेकिन किया नहीं गया था, उसे प्रधानमंत्री मोदी जी ने आज उसमें परिवर्तन किया है। सरकारी बैंकों में 20,000 करोड़ रुपए का निवेश बैंकिंग सेक्टर को मजबूती प्रदान करेगा। 15वें वित्त आयोग की सिफारिश माने जाने के बाद अब राज्यों को केंद्रीय करों का 30% 30% से बढ़कर 41% 41% उनको हिस्सा मिल सकेगा। ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਹਰ ਘਰ ਬੇਨਤੀਆਂ ਇਹੋ ਕਰਦੇ ਆਏ ਆ ਕਿ ਘਰ ਦੇ ਵਿੱਚੋਂ ਮੈਂਬਰ ਇੱਕ ਦੋ ਜਣੇ ਜ਼ਰੂਰ ਸਾਡੇ ਨਾਲ ਚੱਲਣ। ਸਾਡੀ ਸੰਸਥਾ ਸੱਚ ਦੇ ਸਾਥ ਵੱਲੋਂ ਪੂਰਾ ਲੋਕਾਂ ਦਾ ਸੰਯੋਗ ਮਿਲ ਰਿਹਾ, ਸਾਨੂੰ ਭਰਵਾਂ ਹੰਗਾਰਾ ਮਿਲ ਰਿਹਾ ਵਾ। 3 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਹਾਂ, 2 ਤਰੀਕ ਨੂੰ ਸ਼ਹਿਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਹਾਂ। ਇਸ ਕਰਕੇ ਮੈਂ ਤੁਹਾਡੇ ਮੀਡੀਆ ਦੇ ਵਾਲੇ ਵੀਰਾਂ ਦੀ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਕੋਲ ਆਏ ਜੇ। ਆਪ ਜੀ ਦੇ ਚੈਨਲ ਦੇ ਥਰੂ ਵੀ ਲੋਕਾਂ ਨੂੰ, ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਤਕੜੇ ਹੋ ਕੇ ਆਪਾਂ ਹੰਬਲਾ ਮਾਰੀਏ। ਜਿਹੜੇ ਕਾਲੇ ਕਾਨੂੰਨ ਆ ਇਹ ਆਪਾਂ ਮੋਦੀ ਨੂੰ ਵਾਪਸ ਕਰਾਉਣੇ ਆ, ਜਿੱਤਣਾ ਵਾ ਤੇ ਜਿੱਤਣਾ ਹੀ ਆ। ਇਹ ਹੁਣ ਸੰਘਰਸ਼ ਆ ਜਿਹੜਾ ਸਿਖਰਾਂ ਤੇ ਪਹੁੰਚ ਚੁੱਕਿਆ ਵਾ, ਇਹਨੂੰ ਜਿੱਤਣਾ ਬਹੁਤ ਜ਼ਰੂਰੀ ਸਾਡੇ ਪੰਜਾਬ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਦਾ ਸਾਥ ਤਰਨਤਾਰਨ ਤੋਂ ਜੋ ਸਾਡੇ ਗੁਰਦੇਵ ਸੰਧੂ ਜੀ ਪ੍ਰਧਾਨ ਨੇ, ਅਸੀਂ ਪਰਸੋਂ ਤੋਂ ਬਹੁਤ ਹੀ ਵੱਡਾ ਪ੍ਰਚਾਰ ਕਰਨ ਦੇ ਹਾਂ ਤੇ 250-300 ਪਿੰਡ ਦੇ ਵਿੱਚ ਗਏ ਹਾਂ। ਜੋ ਅਸੀਂ ਆਪਣਾ ਕਾਫਲਾ ਪਿੰਡ ਘਰ ਜਾ ਕੇ ਹਰ ਸੰਗਤ ਨੂੰ ਕਹਿੰਦੇ ਹਾਂ ਦਿੱਲੀ ਚੱਲੋ ਦਿੱਲੀ ਚੱਲੋ। ਅਸੀਂ ਹਰ ਇੱਕ ਪਿੰਡ ਦੇ ਵਿੱਚ ਕਹਿਣਦੇ ਹਾਂ ਟਰੈਕਟਰ ਟਰਾਲੇ ਲੈ ਕੇ ਆਓ, ਡੀਜ਼ਲ ਪਾ ਕੇ ਦੇਣਗੇ ਗੁਰਦੇਵ ਸੰਧੂ ਜੀ। ਜੋ ਕੋਈ ਕਿਸੇ ਦੇ ਕੋਲ ਟਰੈਕਟਰ ਟਰਾਲਾ ਨਹੀਂ ਹੈਗਾ ਉਹ ਸਾਡੇ ਜਥੇ ਦੇ ਨਾਲ ਸੰਪਰਕ ਕਰਨ, 10-20 ਬੰਦੇ ਜੋੜਨ। ਜੋ ਕਿ ਅਸੀਂ 8-10 ਟਰਾਲੇ ਆਪਣੇ ਵੀ ਤਿਆਰ ਕੀਤੇ ਆ ਸੰਗਤ ਨੂੰ ਖੜਨ ਵਾਸਤੇ। ਜੋ ਟਰਾਲਿਆਂ ਦੇ ਵਿੱਚ ਸਾਰੀ ਡੀਜ਼ਲ ਦੀ ਸੇਵਾ ਗੁਰਦੇਵ ਸੰਧੂ ਜੀ ਕਰਨਗੇ। ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਉੱਥੋਂ ਲੈ ਕੇ ਵੀ ਜਾਵਾਂਗੇ ਤੇ ਛੱਡ ਕੇ ਵੀ ਆਵਾਂਗੇ। ਸੰਗਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ, ਕੱਲ੍ਹ ਨੂੰ 2 ਤਰੀਕ ਨੂੰ ਰੋਡ ਸ਼ੋਅ ਤਰਨਤਾਰਨ ਬਹੁਤ ਵੱਡਾ ਕੱਢਿਆ ਜਾਊਗਾ। 3 ਤਰੀਕ ਨੂੰ ਬਹੁਤ ਵੱਡਾ ਕਾਫਲਾ ਲੈ ਕੇ ਜਾਵਾਂਗੇ, ਘੱਟ ਤੋਂ ਘੱਟ 20-25 ਹਜ਼ਾਰ ਬੰਦਾ ਲੈ ਕੇ ਜਾਵਾਂਗੇ। ਇੰਨੀ ਸਾਨੂੰ ਆਸ ਆ ਸੰਗਤ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੰਸਥਾ ਵੱਲੋਂ ਸਮੁੱਚੀ ਟੀਮ ਵੱਲੋਂ ਸਾਡੀ ਵੱਲੋਂ ਪਿੰਡ ਜਾ ਕੇ ਇਹ ਕਹਿ ਰਹੇ ਹਾਂ ਟਰੈਕਟਰ ਟਰਾਲੇ ਜਿੰਨੇ ਵੀ ਖੜਨੇ ਵੀਰਾਂ ਨੇ ਕਿਤੇ ਤੇਲ ਡੀਜ਼ਲ ਤੋਂ ਨਾ ਝਿਜਕਿਓ। ਅਸੀਂ ਜਿੰਨੀ ਜੋਗੇ ਹਾਂ ਅਸੀਂ ਸੰਸਥਾ ਵਾਲੇ ਆਪਣੇ ਖਰਚੇ ਤੇ ਆਉਣ ਜਾਣ ਦਾ ਡੀਜ਼ਲ ਪਵਾਵਾਂਗੇ। ਹੋਰ ਵੀ ਰਾਹ ਦੇ ਜਿਹੜੇ ਖਰਚੇ ਆ ਅਸੀਂ ਸੰਸਥਾ ਵੱਲੋਂ ਕਰਾਂਗੇ। ਘਰਾਂ ਤੋਂ ਲੈ ਕੇ ਜਾਵਾਂਗੇ, ਘਰੇ ਹੀ ਲਿਆਣ ਕੇ ਤਾਰਾਂਗੇ। ਪੂਰੀ ਜ਼ਿੰਮੇਵਾਰੀ ਦੇ ਨਾਲ ਉਸ ਟੀਮ ਦੀ ਅਗਵਾਈ ਕਰਨ ਦੀ ਡਿਊਟੀ ਮੇਰੀ ਸੰਸਥਾ ਨੇ ਲਾਈ ਆ। ਅਸੀਂ ਹਰ ਪਿੰਡ ਇਹੋ ਅਪੀਲ ਕਰਦੇ ਹਾਂ, ਬੜੀ ਜ਼ਿੰਮੇਵਾਰੀ ਦੇ ਨਾਲ ਸਿੱਖ ਸੰਗਤ ਨੂੰ ਲੈ ਕੇ ਜਾਵਾਂਗੇ। ਬੜੀ ਜ਼ਿੰਮੇਵਾਰੀ ਦੇ ਨਾਲ ਸਾਰੀ ਜਿਹੜੀ ਆ ਸਾਡੀ ਆਵਾਮ ਆ ਉਹਨਾਂ ਨੂੰ ਇਸੇ ਤਰ੍ਹਾਂ ਹੀ ਲੈ ਕੇ ਆਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ, ਆਉਂਦਿਆਂ ਜਿੱਤ ਦੇ ਜਕਾਰੇ ਛੱਡਦੇ ਆਵਾਂਗੇ। ਕਿਉਂਕਿ ਮਾਲਕ ਨੇ ਅੱਜ ਤੱਕ ਜਿੰਨੇ ਮੋਰਚੇ ਅਸੀਂ ਕਿਤੇ ਲਾਏ ਆ, ਕਿਰਪਾ ਮਾਲਕ ਦੀ ਇਹੋ ਰਹੀ ਆ। ਜਦੋਂ ਕਿਤੇ ਸੱਚੇ ਪਾਤਸ਼ਾਹ ਨੇ ਸਾਡਾ ਵੀ ਸਮਾਂ ਲਾਇਆ ਅਸੀਂ ਜਿੱਤ ਕੇ ਆਏ ਆ ਤੇ ਜਿੱਤ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰ ਜੀ 3 ਦਿਨ ਹੋ ਗਏ ਆ ਪ੍ਰਚਾਰ ਕਰਨ ਦੇ ਆ, ਅੱਜ ਤੀਸਰਾ ਦਿਨ ਆ ਸਾਡਾ। ਅਸੀਂ ਸਿੱਖ ਸੰਘਰਸ਼ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਾਡੀ ਸਮੁੱਚੀ ਟੀਮ ਸੱਚ ਦਾ ਸਾਥ ਸੰਸਥਾ ਤਰਨਤਾਰਨ ਤੋਂ ਭਲਾਈ ਦੇ ਕੰਮ ਅੱਗੇ ਵੀ ਕਰਦੇ ਆ, ਗਾਂਹ ਵੀ ਕਰਦੇ ਰਹਿਣਾ। ਸੱਚ ਦਾ ਸਾਥ ਸੰਸਥਾ ਨੇ ਮੈਨੂੰ ਸੇਵਾ ਲਾਈ ਆ, ਮੈਨੂੰ ਪ੍ਰਧਾਨ ਕੀਤੀ ਦੀ ਗੁਰਦੇਵ ਸਿੰਘ ਸੰਧੂ, ਮੈਂ ਤਰਨਤਾਰਨ ਤੋਂ ਸੇਵਾਦਾਰ ਪਾਰਟੀ ਦਾ। ਅਸੀਂ ਸਾਰੀ ਸਮੁੱਚੀ ਟੀਮ 70-80 ਪਿੰਡਾਂ ਦੇ ਵਿੱਚ ਅਸੀਂ ਗਏ ਹਾਂ 3 ਦਿਨਾਂ ਦੇ ਵਿੱਚ। ਇੰਨੇ ਪਿੰਡ 70-80 ਪਿੰਡ ਅਸੀਂ ਹੋਰ ਕੱਢ ਦੇਣੇ ਆ 2-3 ਦਿਨਾਂ ਦੇ ਵਿੱਚ। ਅਸੀਂ ਬਾਰ-ਬਾਰ ਹਰ ਪਿੰਡ ਜਾ ਕੇ ਇਹੀ ਅਪੀਲ ਕਰਦੇ ਹਾਂ ਵੀ ਜਿਹੜੇ ਮੋਦੀ ਨੇ ਆਪਣੇ ਉੱਤੇ ਨਜਾਇਜ਼ 3 ਕਾਲੇ ਕਾਨੂੰਨ ਥੋਪੇ ਆ, ਆਪਾਂ ਸਿੱਖ ਸੰਗਤ ਨੇ ਤਗੜਿਆਂ ਹੋ ਕੇ ਕਿਸਾਨ ਮਜ਼ਦੂਰ ਸਾਰਿਆਂ ਵੀਰਾਂ ਨੇ ਉੱਠ ਕੇ ਆਪਾਂ ਜਾ ਕੇ ਜਿਹੜੇ ਕਾਲੇ ਕਾਨੂੰਨ ਥਾਪੇ ਆਪਣੇ ਤੇ ਨਜਾਇਜ਼ ਆਪਾਂ ਉਹਨਾਂ ਨੂੰ ਵਾਪਸ ਕਰਾਉਣਾ ਵਾ। ਜਿਹੜੇ ਸਰਹੱਦਾਂ ਤੇ ਆਪਣੇ ਵੀਰ ਜਾ ਕੇ ਬਾਰਡਰਾਂ ਤੇ 2-2 ਮਹੀਨੇ ਹੋ ਗਏ ਠੰਡ ਦੇ ਵਿੱਚ ਆਪਣਾ ਪਰਿਵਾਰ ਛੱਡ ਕੇ ਬੈਠੇ ਆ, ਆਪਾਂ ਸੰਘਰਸ਼ ਨੂੰ ਤੇਜ਼ ਕਰੀਏ। ਸੰਘਰਸ਼ ਤੇਜ਼ ਹੋਊਗਾ, ਸੰਗਤ ਵੱਧ ਜਾਊਗੀ, ਸੰਗਤ ਦਾ ਹੜ ਘੱਟ ਦਿਓ। ਮੇਰੀ ਤੇ ਸਪੀਚ ਇਹੀ ਆ, ਆਪਾਂ 10 ਦਿਨਾਂ ਦੇ ਵਿੱਚ ਇਸ ਸੰਘਰਸ਼ ਨੂੰ ਜਿੱਤ ਸਕਦੇ ਹਾਂ। ਕਿਉਂਕਿ ਪਹਿਲਾਂ ਠੰਡ ਜ਼ਿਆਦੀ ਰਹੀ ਆ, ਚਲੋ ਕੋਈ ਬਜ਼ੁਰਗ ਆ ਕੋਈ ਬਿਮਾਰ ਹੋ ਜਾਂਦਾ ਰਿਹਾ, ਇਸ ਕਰਕੇ ਸੰਗਤ ਦਾ ਪੂਰਾ ਨਹੀਂ ਸੰਯੋਗ ਮਿਲਿਆ। ਪਰ ਫਿਰ ਵੀ ਅਸੀਂ ਕਹਾਂਗੇ ਬਥੇਰਾ ਮਿਲਿਆ ਵਾ, ਪਰ ਹੁਣ ਜ਼ਿਆਦਾ ਸੰਯੋਗ ਮਿਲਣਾ ਚਾਹੀਦਾ ਵਾ। ਇਹ ਕੰਮ ਸਿਰਫ 10-15 ਦਿਨਾਂ ਦਾ ਕੰਮ ਵਾ, ਜਿਹੜਾ ਆਪਾਂ ਨੂੰ 2-2 2.5 ਮਹੀਨੇ ਹੋ ਗਏ ਆਪਣੇ ਵੀਰ ਬਾਰਡਰਾਂ ਤੇ ਸੰਘਰਸ਼ ਕਰ ਰਹੇ ਆ, ਉਹ ਵੀ ਘਰਾਂ ਬਾਹਰਾਂ ਵਾਲੇ ਆ। ਆਪਾਂ ਸੰਘਰਸ਼ ਨੂੰ ਤੇਜ਼ ਕਰਕੇ ਮੋਦੀ ਦੇ ਗੋਡੇ ਲਵਾ ਕੇ
ਉਹਦਾ ਜਿਹੜਾ ਅਬਦਾਲੀ ਵਾਲਾ ਹੰਕਾਰ ਵਾ ਉਹਨੂੰ ਖਤਮ ਕਰ ਦੇਣਾ ਵਾ। ਮਾਲਕ ਨੇ, ਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆ। ਆਪਾਂ 10-15 ਦਿਨਾਂ ਦੇ ਵਿੱਚ ਇਹ ਜੰਗ ਜਿੱਤ ਕੇ ਆਪਾਂ ਆਪਣੇ ਵੀਰਾਂ ਨੂੰ ਜਿਹੜੇ ਬਾਰਡਰਾਂ ਤੇ ਬੈਠੇ ਆ ਉਹਨਾਂ ਨੂੰ ਵਾਪਸ ਘਰਾਂ ਨੂੰ ਲੈ ਕੇ ਆਈਏ। ਇੱਕ ਨੌਜਵਾਨ ਸਿਕਿਉਰਿਟੀ ਗਾਰਡ ਆ FCI 'ਚ ਰਿਟਾਇਰ ਫੌਜੀ ਆ, ਇੱਧਰੋਂ ਅੰਮ੍ਰਿਤਸਰ ਰੋਡ ਤੋਂ ਆ ਰਿਹਾ ਸੀ ਢੰਡੀਆਂ ਚੌਂਕ ਦੇ ਲਾਗੇ, ਤੇ ਉੱਥੇ ਉਹ ਡੋਰੇ ਦੇ ਗਲ 'ਚ ਪਈ ਆ। ਉਹਦੇ ਪੈਣ ਕਰਨੇ ਦੇ ਆ ਗਲਾ ਜਿਹੜਾ ਕੱਟਿਆ ਗਿਆ ਤੇ ਉੱਥੇ ਡਿੱਗ ਪਿਆ ਸੀ। ਮੌਕੇ 'ਤੇ ਗਏ ਆ ਤੇ ਉਹ ਜੋ ਕਾਰਵਾਈ ਇਹਦੇ ਵਾਰਸਾਂ ਨੂੰ ਡਿੱਗ ਰਿਹਾ, ਵਾਰਸ ਆ ਜਾਂਦੇ, ਜੋ ਕਾਰਵਾਈ ਬਣਦੀ ਉਹ ਕਰ ਦਿਆਂਗੇ। ਮੈਂ ਨਿੰਮਾ ਸ਼ੌਕਰ ਰਿਪੇਅਰ ਮਖੂ ਰੋਡ ਜੀਰਾ ਤੋਂ ਬੋਲਦਾ ਮੈਂ। ਇਹ ਜਿਹੜਾ ਸਾਡੀਆਂ ਦੁਕਾਨਾਂ ਦੇ ਲਾਗੇ ਹਾਦਸਾ ਹੋਇਆ ਬਹੁਤ ਮਾੜਾ ਹੋਇਆ ਵਾ। ਇਹ ਚਾਈਨਾ ਦੀ ਡੋਰ ਦੇ ਨਾਲ ਹੀ ਸਾਰਾ ਕੁਝ ਖਤਰਨਾਕ ਕੰਮ ਹੁੰਦੇ ਆ। ਇੱਕ ਆਰਮੀ ਦਾ ਬੰਦਾ ਸੀਗਾ, ਮੋਟਰਸਾਈਕਲ ਤੇ ਆਈ ਜਾਂਦਾ ਸੀਗਾ ਤੇ ਉਹਦੇ ਗਲ ਦੇ ਵਿੱਚ ਚਾਈਨਾ ਦੀ ਡੋਰ ਅੜ ਗਈ ਤੇ ਉਹ ਵਿਚਾਰੇ ਦੀ ਧੌਣ ਹੀ ਲੈ ਗਈ, ਥਾਂ ਤੇ ਹੀ ਖਤਮ ਹੋ ਗਿਆ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ। ਜਿਹੜੇ ਚਾਈਨਾ ਦੀ ਡੋਰ ਵੇਚਦੇ ਆ ਉਹਨਾਂ ਵਾਸਤੇ ਵੀ, ਤੇ ਜਿਹੜੇ ਖਰੀਦਣ ਵਾਲੇ ਆ ਉਹਨਾਂ ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਧੰਨਵਾਦ। ਇਹ ਭਾਜੀ ਇੱਥੇ ਮੋਟਰਸਾਈਕਲ ਤੇ ਆਉਂਦਾ ਸੀ, ਇਹਦੇ ਡੋਰਾ ਜਦੋਂ ਫੇਰੀ ਆ ਧੋਣ ਦੇ ਵਿੱਚ ਤੇ ਮੋਟਰਸਾਈਕਲ ਦੀ ਰੇਸ ਹੋ ਗਈ ਜ਼ਿਆਦੀ। ਉਹ ਆਪਦੇ ਉਹਨਾਂ ਦਾ ਬਚਾਅ ਕਰਦਾ ਸੀ, ਮੈਂ ਡੋਰਾ ਖਿੱਚਾਂ ਬਾਹਰ ਨੂੰ, ਪਰ ਉਹਦੇ ਹੱਥ 'ਤੇ ਫਿਰ ਗਈ, ਉਹ ਕੰਟਰੋਲ ਨਹੀਂ ਹੋਇਆ, ਰੇਸ ਜ਼ਿਆਦਾ ਦਿੱਤੀ ਗਈ, ਅੱਗੇ ਜਾ ਕੇ ਉਹ ਡਿੱਗ ਪਿਆ। ਤੁਸੀਂ ਮੌਕੇ ਤੇ ਲੱਗੇ ਮੌਕੇ ਤੇ ਆ ਕੇ ਇੱਥੇ ਬੈਠੇ ਕੁਰਸੀ ਤੇ। ਤੁਹਾਡੀ ਦੁਕਾਨ 'ਚ ਦੁਕਾਨ ਤੇ ਬੈਠੇ? ਮੇਰੀ ਦੁਕਾਨ ਕਰਿਆਨੇ ਦੀ ਨਾਲ ਕੁਆੜ ਦੀ। ਜੋ ਡੋਰ ਫਿਰੀ ਆ ਤੁਸੀਂ ਮੌਕੇ ਤੇ ਦੇਖ ਰਹੇ ਸਾਂ? ਅਸੀਂ ਇੱਥੇ ਵੇਂਦੇ ਪਏ ਆ ਜੀ। ਜੀ ਡੋਰ ਨਾਲ ਅਸੀਂ ਇਹ ਸੋਚਿਆ ਸੀ ਵੀ ਸ਼ਾਇਦ ਇਹ ਕਿਤੇ ਐਕਸੀਡੈਂਟ ਕਰਕੇ ਆਇਆ ਵਾ ਜਿਹੜਾ ਲਹੂ ਵਗਣ ਡਿਆ ਤੇ ਜੀ, ਪਰ ਬੱਟ ਜਦੋਂ ਜਾ ਕੇ ਉੱਥੇ ਡਿੱਗਾ ਵਾ ਡੋਰਾ ਲਮਕੀ ਮੈਂ ਵੇਖੀ ਆ, ਹਰੇ ਰੰਗ ਦੀ ਡੋਰਾ ਸੀ। ਓਕੇ ਹਾਂਜੀ, ਮਤਲਬ ਤੁਹਾਡਾ ਕਹਿਣ ਦਾ ਮਤਲਬ ਚਾਈਨਾ ਦੀ ਡੋਰ ਹੈਗੀ ਆ? ਚਾਈਨਾ ਦੀ ਡੋਰ ਹੈਗੀ ਆ ਜੀ, ਮੱਲਿਆਂ ਦੇ ਜਲਦੀ ਆ, ਇਹਦੇ ਤੇ ਕੰਟਰੋਲ ਚਾਹੀਦਾ ਜੀ। ਠੀਕ ਹੈ ਸਰ, ਧੰਨਵਾਦ। ਇਹ ਕਰਤਾਰਪੁਰ ਜਾ ਰਹੇ ਸੀ ਜੀ ਸਪੈਸ਼ਲ ਤੇ ਜੀ, ਟਰਾਲੇ ਦੇ ਵਿੱਚ ਵੱਜੇ ਜੀ। ਕਿਹੜੀ ਜਗ੍ਹਾ ਤੇ ਵੱਜੇ ਸੀ? ਇਹ ਜੀ ਪੁਲ ਨੰਗ ਕੇ ਗਿੱਦੜ ਡਿਵਿੰਡੀ ਦੇ ਕੋਲੇ ਜੀ। ਅੱਛਾ, ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੇ? ਮੇਰੇ ਚਾਚਾ ਜੀ, ਮੇਰੇ ਭਰਾ ਜੀ। ਅੱਛਾ, ਤੁਹਾਡਾ ਕੀ ਨਾਮ? ਸ਼ੇਰਾ ਜੀ। ਆਕਾਸ਼। ਤੁਹਾਡੇ ਕੀ ਲੱਗਦੇ ਸੀਗੇ? ਮੇਰਾ ਲੜਕਾ ਸੀ। ਅੱਛਾ, ਕਿੰਨੇ ਕੁ ਵਜੇ ਦੀ ਘਟਨਾ ਸੀ? 7 ਵਜੇ ਦੀ। ਉੱਥੇ ਮੈਂ ਗਈ ਸੀ, ਉਹ ਦੇਖਿਆ ਜਾ ਕੇ ਤੇ ਗੱਡੀ ਸਾਰੀ ਫਸੀ ਪਈ ਜੀ। ਸਪੈਸ਼ਲ ਤੇ ਗਿਆ ਸੀ ਜੀ। ਅੱਛਾ, ਕਿਹੜੀ ਜਗ੍ਹਾ ਤੇ ਜਾਂਦੇ ਸੀ? ਇਹ ਕਰਤਾਰਪੁਰ ਗਿਆ ਸੀ। ਸੁਬਾਹ 6 ਵਜੇ ਗਏ ਨੇ, ਇੱਥੋਂ ਹਾਥੀ ਸੁਪਰ ਸੀਗਾ। ਸੁਬਾਹ 6 ਵਜੇ ਦਾ ਟਾਈਮ ਹੈ, ਸੁਬਾਹ 7 ਵਜੇ ਦੇ ਜੀ ਤਕਰੀਬਨ ਹੋਇਆ ਉੱਥੇ ਵਾਪਸ। ਉਹ ਟੂਲ ਟੈਕਸ ਤੋਂ ਉਤਰ ਗਿਆ ਸਾਰੀ ਥੱਲੇ। ਸਾਡਾ ਭਰਾ ਹੈ। ਅੱਛਾ, ਸਾਨੂੰ ਤਕਰੀਬਨ 8 ਵਜੇ ਅੰਦਰ ਬਾਹਰ ਪਤਾ ਲੱਗਾ। ਅੱਛਾ, 8 ਵਜੇ ਦਾ ਟਾਈਮ ਸੀ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।